कई साल पहला एक जंगल ਦੇ ਕੋਲ ਇੱਕ ਪੁਰਾਣੇ ਛੋਟੇ ਜਿਹੇ ਘਰ ਵਿੱਚ ਇੱਕ ਜਨਾਨੀ ਆਦਮੀ ਰਿਹਾ ਕਰਦੇ ਸੀ। ਉਹ ਬੜੇ ਖੁਸ਼ ਤੇ ਸ਼ਾਂਤੀਪੂਰਨ ਜੀਵਨ ਜੀ ਰਹੇ ਸੀ। ਬਸ ਕਮੀ ਇਹ ਸੀ ਕਿ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇੱਕ ਵਾਰ ਜਦ ਬੁੱਢੀ ਜਨਾਨੀ ਰਸੋਈ ਵਿੱਚ ਬਿਸਕੁਟਾਂ ਦਾ ਆਟਾ ਬਣਾ ਰਹੀ ਸੀ ਤਾਂ ਉਹਦਾ ਆਦਮੀ ਆਇਆ। भगवान आज तू की बना रही है? ਉਹ ਜੀ ਮੈਂ ਅੱਜ ਇੱਕ ਜਿੰਜਰ ਬ੍ਰੈਡ ਆਦਮੀ ਪਕਾ ਰਹੀ ਹਾਂ। ਬੁੱਢੀ ਔਰਤ ਨੇ ਆਟਾ ਗੁੰਨਿਆ ਤੇ ਜਿੰਜਰ ਬ੍ਰੈਡ ਆਦਮੀ ਦਾ ਆਕਾਰ ਦੇ ਦਿੱਤਾ। ਉਹ ਇਹਨੂੰ ਓਵਨ ਵਿੱਚ ਪਾਉਣ ਦੇ ਬਾਅਦ ਬਹਿ ਗਈ ਅਤੇ ਜਿੰਜਰ ਬ੍ਰੈਡ ਆਦਮੀ ਦੇ ਚੰਗੀ ਤਰ੍ਹਾਂ ਪਕਣ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਜਿੰਜਰ ਬ੍ਰੈਡ ਆਦਮੀ ਦੇ ਚੰਗੀ ਤਰ੍ਹਾਂ ਪੱਕ ਜਾਣ ਦੀ ਖੁਸ਼ਬੂ ਪੂਰੀ ਰਸੋਈ ਵਿੱਚ ਫੈਲ ਗਈ ਤਾਂ ਉਹਨੇ ਆਪਣੇ ਓਵਨ ਦੇ ਦਸਤਾਨੇ ਪਾਏ ਤੇ ਜਿੰਜਰ ਬ੍ਰੈਡ ਆਦਮੀ ਨੂੰ ਬਾਹਰ ਕੱਢਿਆ। ਹੁਣ ਵਕਤ ਸੀ ਉਹਨੂੰ ਸਜਾਉਣ ਦਾ। ਉਹਨੇ ਕੈਂਡੀ ਦੀ ਮਦਦ ਨਾਲ ਉਹਦੀ ਪਿਆਰੀ ਜਿਹੀ ਨੱਕ ਤੇ ਕਿਸ਼ਮਿਸ਼ ਲਾ ਕੇ ਉਹਦੀਆਂ ਅੱਖਾਂ ਬਣਾਈਆਂ ਤੇ ਫਿਰ ਕਰੀਮ ਦੇ ਨਾਲ ਉਹਨੇ ਉਹਦੇ ਵਾਲ ਤੇ ਕੱਪੜੇ ਬਣਾਏ ਤੇ ਬਟਨਾਂ ਦੀ ਥਾਂ ਤੇ ਉਹਨੇ ਚੇਰੀ ਦੀ ਵਰਤੋਂ ਕੀਤੀ। ਆਪਣੀ ਬਣਾਈ ਹੋਈ ਰਚਨਾ ਨੂੰ ਵੇਖ ਕੇ ਉਹ ਕਹਿਣ ਲੱਗੀ, ਮੇਰਾ ਜਿੰਜਰ ਬ੍ਰੈਡ ਆਦਮੀ ਕਿੰਨਾ ਸੋਹਣਾ ਵੇਖ ਰਿਹਾ, ਪਰ ਮੈਨੂੰ ਲੱਗਦਾ ਹਾਲੇ ਵੀ ਕੁਝ ਕਮੀ ਹੈ। ਬੁੱਢੀ ਔਰਤ ਨੇ ਉਹਦੇ ਵੱਲ ਦੁਬਾਰਾ ਵੇਖਿਆ ਤੇ ਓਹ ਹਾਂ, ਇਹਦਾ ਮੂੰਹ ਬਣਾਉਣਾ ਤੇ ਮੈਂ ਭੁੱਲ ਹੀ ਗਈ। ਉਹਨੇ ਕਰੀਮ ਦੀ ਵਰਤੋਂ ਕਰਕੇ ਜਿੰਜਰ ਬ੍ਰੈਡ ਦੇ ਚਿਹਰੇ ਤੇ ਮੂੰਹ ਬਣਾਇਆ। ਹਾਂ, ਹੁਣ ਮੇਰਾ ਜਿੰਜਰ ਬ੍ਰੈਡ ਪੂਰਾ ਹੋ ਗਿਆ। ਉਸੇ ਪਲ ਕੁਝ ਅਜੀਬ ਘਟਨਾ ਘਟੀ। धन्यवाद। ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਗੱਲ ਕਰ ਸਕਦਾ ਹੈ? ਜਿੰਜਰ ਬ੍ਰੈਡ ਆਦਮੀ ਅਚਾਨਕ ਖੜਾ ਹੋ ਗਿਆ ਤੇ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। हाँ जी, मैं दौड़ भी सकता हाँ। ਜਿੰਜਰ ਬ੍ਰੈਡ ਆਦਮੀ ਰਸੋਈ ਘਰ ਦੀ ਬੈਂਚ ਤੋਂ ਕੁਰਸੀ ਤੇ ਫਿਰ ਜ਼ਮੀਨ ਤੇ ਕੁੱਦ ਗਿਆ ਅਤੇ ਫਿਰ ਬਗੀਚੇ ਵੱਲੋਂ ਦਰਵਾਜ਼ੇ ਵੱਲ ਤੇਜ਼ ਦੌੜਨ ਲੱਗਾ। ਵਾਪਸ ਆ ਜਾ, ਵਾਪਸ ਆ ਜਾ, ਬੁੱਢੀ ਜਨਾਨੀ ਆਵਾਜ਼ਾਂ ਮਾਰਨ ਲੱਗੀ। ਜਿੰਜਰ ਬ੍ਰੈਡ ਗੱਲ ਕਰਦੇ ਹੋਏ ਦੌੜ ਰਿਹਾ ਸੀ। दौड़ो, तुसी जिन्ना दौड़ सकते हो दौड़ो, मैनू कोई नहीं फड़ सकता क्योंकि मैं हाँ जिंजर ब्रेड आदमी। ਬੁੱਢੀ ਜਨਾਨੀ ਬਗੀਚੇ ਵਿੱਚ ਗਈ ਤੇ ਜਿੰਜਰ ਬ੍ਰੈਡ ਦੇ ਪਿੱਛੇ ਭੱਜਣ ਲੱਗੀ। ਬੁੱਢੇ ਆਦਮੀ ਨੇ ਆਪਣੀ ਜਨਾਨੀ ਨੂੰ ਬਾਰੀ ਤੋਂ ਦੌੜਦੇ ਹੋਏ ਵੇਖਿਆ ਤਾਂ ਚਿল্ਲਾਇਆ, नहीं, तू क्यों भज रही है? ਬੁੱਢੀ ਜਨਾਨੀ ਨੇ ਭੱਜਦੇ ਹੋਏ ਆਪਣੇ ਘਰ ਵਾਲੇ ਨੂੰ ਜਵਾਬ ਦਿੱਤਾ, ਮੇਰਾ ਜਿੰਜਰ ਬ੍ਰੈਡ ਆਦਮੀ ਭੱਜ ਗਿਆ, ਮੈਂ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਬੁੱਢਾ ਆਦਮੀ ਕੁਝ ਬੋਲ ਨਹੀਂ ਪਾ ਰਿਹਾ ਸੀ। ਬੁੱਢੀ ਜਨਾਨੀ ਦੌੜ ਰਹੀ ਸੀ ਪਰ ਜਿੰਜਰ ਬ੍ਰੈਡ ਆਦਮੀ ਇੰਨਾ ਤੇਜ਼ ਦੌੜ ਰਿਹਾ ਸੀ ਕਿ ਉਹਨੂੰ ਪਕੜਨਾ ਬਹੁਤ ਮੁਸ਼ਕਲ ਸੀ। ਕੁਝ ਦੇਰ ਬਾਅਦ ਜਿੰਜਰ ਬ੍ਰੈਡ ਆਦਮੀ ਇੱਕ ਖੇਤ ਵਿੱਚ ਪਹੁੰਚਿਆ। ਉਹਨੇ ਇੱਕ ਚਰਦੀ ਹੋਈ ਗਾਂ ਵੇਖੀ। ਹਾਂ, ਕਿੰਨਾ ਚੰਗਾ ਬਿਸਕਟ ਹੈ, ਮੈਨੂੰ ਉਹਨੂੰ ਫੜ ਕੇ ਖਾਣਾ ਚਾਹੀਦਾ ਹੈ। ਗਾਂ ਨੇ ਵੀ ਜਿੰਜਰ ਬ੍ਰੈਡ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ। ਰੁਕ, ਭੱਜ ਨਾ, ਮੈਂ ਤੈਨੂੰ ਨਹੀਂ ਖਾਵਾਂਗੀ। भजो और तेज भजो। ओ बूढ़ी जनानी भी मैनू फड़न दी कोशिश कर रही है पर मैनू कोई नहीं फड़ सकता क्योंकि मैं हाँ जिंजर ब्रेड आदमी। ਬੁੱਢੀ ਔਰਤ ਤੇ ਉਹ ਗਾਂ ਜਿੰਜਰ ਬ੍ਰੈਡ ਆਦਮੀ ਦੇ ਪਿੱਛੇ ਭੱਜ ਰਹੇ ਸੀ ਅਤੇ ਇਸ ਵਾਰ ਇੱਕ ਸੂਅਰ ਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ। जिंजर ब्रेड आदमी, मेरे मुंह च पानी आ गया है, खड़ जा, मैं भी तेन फड़ांगा। ਜਿੰਜਰ ਬ੍ਰੈਡ ਆਦਮੀ ਨੇ ਦੌੜਦੇ ਹੋਏ ਸੂਅਰ ਨੂੰ ਜਵਾਬ ਦਿੱਤਾ, ये भजो जिन्ना तेज भज सकते हो। ओ बूढ़ी औरत ते ओ गां भी मैनू फड़न दी कोशिश कर रही है पर मैनू कोई नहीं फड़ सकता क्योंकि मैं हाँ जिंजर ब्रेड आदमी। ਜਦੋਂ ਉਹ ਦੌੜ ਰਹੇ ਸੀ ਜਿੰਜਰ ਬ੍ਰੈਡ ਆਦਮੀ ਅੱਗੇ ਅਤੇ ਉਹਦੇ ਪਿੱਛੇ ਬੁੱਢੀ ਜਨਾਨੀ, ਗਾਂ ਤੇ ਸੂਅਰ ਦੌੜ ਰਹੇ ਸੀ। ਉਸੇ ਵੇਲੇ ਇੱਕ ਮੁਰਗੀ ਜੋ ਖਾਣਾ ਲੱਭ ਰਹੀ ਸੀ ਉਹਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ। ਓਏ ਵਾਹ, ਇਹ ਤਾਂ ਮੇਰਾ ਦੁਪਹਿਰ ਦਾ ਖਾਣਾ ਹੈ। ਮੁਰਗੀ ਵੀ ਉਹਨਾਂ ਦੇ ਪਿੱਛੇ ਦੌੜਨ ਲੱਗੀ। ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਜਿੰਜਰ ਬ੍ਰੈਡ ਆਦਮੀ, ਮੈਂ ਤੈਨੂੰ ਪਕੜ ਲਵਾਂਗੀ। ये तू जिन्ना तेज भज सकता है भज ले। बूढ़ी जनानी, गां ते सूर भी मैनू नहीं फड़ सकता। तू भी मैनू नहीं फड़ सकेगा, कोई भी नहीं क्योंकि मैं हाँ जिंजर ब्रेड आदमी। ਸਭ ਤੋਂ ਅੱਗੇ ਜਿੰਜਰ ਬ੍ਰੈਡ ਆਦਮੀ, ਉਹਦੇ ਪਿੱਛੇ ਬੁੱਢੀ ਜਨਾਨੀ, ਗਾਂ, ਸੂਅਰ ਅਤੇ ਮੁਰਗੀ ਦੌੜ ਰਹੇ ਸੀ। ਸਾਰੇ ਦੌੜ ਰਹੇ ਸੀ ਪਰ ਜਿੰਜਰ ਬ੍ਰੈਡ ਆਦਮੀ ਸਭ ਤੋਂ ਤੇਜ਼ ਦੌੜ ਰਿਹਾ ਸੀ। ਜਿੰਜਰ ਬ੍ਰੈਡ ਆਦਮੀ ਬਹੁਤ ਖੁਸ਼ ਸੀ ਅਤੇ ਉਹਨੂੰ ਖੁਦ ਤੇ ਕਮਾਂਡ ਹੋ ਰਿਹਾ ਸੀ। मैं दुनिया में सब तो तेज अते गतिमान जिंजर ब्रेड आदमी हाँ। जी हाँ, मैं ही हाँ, मैनू कोई नहीं फड़ सकता
ਕਿਉਂਕਿ ਮੈਂ ਹਾਂ ਜਿੰਜਰਬ੍ਰੈਡ ਆਦਮੀ। ਜਦੋਂ ਜਿੰਜਰਬ੍ਰੈਡ ਆਦਮੀ ਨੇ ਅੱਗੇ ਵੇਖਿਆ ਤਾਂ ਸਾਹਮਣੇ ਇੱਕ ਨਦੀ ਸੀ ਅਤੇ ਉਹ ਰੁਕ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਪਾਣੀ ਉਸ ਨੂੰ ਪਿਘਲਾ ਸਕਦਾ ਸੀ। ਓਹੋ, ਹੁਣ ਕੀ ਕਰਾਂ ਮੈਂ? ਬੁੱਢੀ ਜਨਾਨੀ, ਗਾਂ, ਸੂਅਰ ਅਤੇ ਮੁਰਗੀ ਨਜ਼ਦੀਕ ਆ ਗਏ ਸੀ। ਉਸੇ ਵੇਲੇ ਪੇੜ ਦੇ ਪਿੱਛੋਂ ਦੀ ਇੱਕ ਚਲਾਕ ਲੋਮੜ ਅੱਗੇ ਆਇਆ। ਮੈਨੂੰ ਤੈਰਨਾ ਆਂਦਾ ਹੈ, ਤੂੰ ਚਾਹੇ ਤਾਂ ਮੈਂ ਤੇਰੀ ਮਦਦ ਕਰ ਸਕਦਾ। ਜਿੰਜਰਬ੍ਰੈਡ ਆਦਮੀ ਨੇ ਇਹਦੇ ਬਾਰੇ ਵਿੱਚ ਸੋਚਿਆ। ਜੇ ਤੂੰ ਮੈਨੂੰ ਖਾ ਲਿਆ ਤਾਂ? ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਨਹੀਂ ਖਾਵਾਂਗਾ, ਬਸ ਤੈਨੂੰ ਨਦੀ ਪਾਰ ਕਰਾਉਣ 'ਚ ਮਦਦ ਕਰਾਂਗਾ। ਜਿੰਜਰਬ੍ਰੈਡ ਆਦਮੀ ਨੇ ਚਲਾਕ ਲੋਮੜ ਤੇ ਭਰੋਸਾ ਕੀਤਾ ਅਤੇ ਉਹਦੀ ਪੁੱਛ ਤੇ ਬਹਿ ਗਿਆ। ਜਿੰਨਾ ਹੋ ਸਕਿਆ ਉਹਨੇ ਉਹਨੂੰ ਕੱਸ ਕੇ ਫੜ ਲਿਆ। ਲੋਮੜ ਨਦੀ ਵਿੱਚ ਕੁੱਦ ਗਿਆ ਤੇ ਤੈਰਨ ਲੱਗਾ। ਹੁਣ ਤੱਕ ਬੁੱਢੀ ਜਨਾਨੀ, ਗਾਂ, ਸੂਅਰ ਤੇ ਮੁਰਗੀ ਵੀ ਨਦੀ ਕਿਨਾਰੇ ਪਹੁੰਚ ਗਏ ਸੀ। ਉਹਨਾਂ ਨੇ ਵੇਖਿਆ ਕਿ ਜਿੰਜਰਬ੍ਰੈਡ ਆਦਮੀ ਲੋਮੜ ਦੇ ਉੱਤੇ ਬੈਠਿਆ ਪਾਰ ਜਾ ਰਿਹਾ ਹੈ। ਉਹ ਬੇਬਸ ਹੋਏ ਉਹਨੂੰ ਜਾਂਦਾ ਹੋਇਆ ਵੇਖ ਰਹੇ ਸੀ, ਇਹ ਜਾਣ ਕੇ ਕਿ ਹੁਣ ਉਹਨੂੰ ਪਕੜ ਨਹੀਂ ਸਕਣਗੇ। ਉਹ ਲੋਮੜੀ, ਆਪਣੀ ਪੁੱਛ ਉੱਤੇ ਰੱਖ, ਮੈਂ ਸਾਰਾ ਗਿੱਲਾ ਹੋ ਗਿਆ। ਮੇਰੀ ਪਿੱਠ ਤੇ ਆ ਜਾ, ਉਹ ਜਗ੍ਹਾ ਸੁਰੱਖਿਅਤ ਹੈ। ਜਿੰਜਰਬ੍ਰੈਡ ਆਦਮੀ ਉਹਦੀ ਪਿੱਠ ਤੇ ਸਰਕ ਗਿਆ। ਉਹ ਥੋੜੀ ਦੇਰ ਤੈਰਦੇ ਰਹੇ, ਪਰ ਜਿਵੇਂ ਜਿਵੇਂ ਪਾਣੀ ਗਹਿਰਾ ਹੁੰਦਾ ਗਿਆ ਲੋਮੜ ਦੀ ਪਿੱਠ ਵੀ ਪਾਣੀ ਵਿੱਚ ਡੁੱਬਣ ਲੱਗੀ। ਮੈਨੂੰ ਡਰ ਹੈ ਤੂੰ ਗਿੱਲਾ ਨਾ ਹੋ ਜਾਵੇਂ। ਤੂੰ ਮੇਰੇ ਸਿਰ ਤੇ ਕਿਉਂ ਨਹੀਂ ਬਹਿ ਜਾਂਦਾ? ਉਹ ਥੋੜਾ ਹੋਰ ਉੱਚਾ ਹੈ। ਜਿੰਜਰਬ੍ਰੈਡ ਆਦਮੀ ਉਹਦੇ ਸਿਰ ਤੇ ਚੜ ਗਿਆ। ਲੋਮੜ ਨੇ ਆਪਣੀ ਯੋਜਨਾ ਨੂੰ ਸਿਰੇ ਚੜਾਇਆ ਤੇ ਉਹਦਾ ਸਿਰ ਪਾਣੀ ਵਿੱਚ ਡੁਬੋ ਦਿੱਤਾ। ਪਾਣੀ ਬਹੁਤ ਵੱਧ ਗਿਆ ਹੈ, ਤੂੰ ਮੇਰੀ ਨੱਕ ਤੇ ਕਿਉਂ ਨਹੀਂ ਬਹਿ ਜਾਂਦਾ? ਉਹ ਥੋੜਾ ਹੋਰ ਉੱਚਾ ਹੈ। ਤਾਂ ਜਿੰਜਰਬ੍ਰੈਡ ਆਦਮੀ ਲੋਮੜ ਦੇ ਨੱਕ ਤੇ ਬਹਿ ਗਿਆ। ਜਿਵੇਂ ਹੀ ਉਹ ਕਿਨਾਰੇ ਤੇ ਪਹੁੰਚਣ ਵਾਲੇ ਸੀ, ਲੋਮੜ ਨੇ ਜਿੰਜਰਬ੍ਰੈਡ ਆਦਮੀ ਨੂੰ ਨੱਕ ਤੋਂ ਉਛਾਲ ਕੇ ਆਪਣਾ ਮੂੰਹ ਖੋਲ੍ਹਿਆ। ਜਿੰਜਰਬ੍ਰੈਡ ਆਦਮੀ ਉਹਦੇ ਮੂੰਹ 'ਚ ਡਿੱਗਣ ਵਾਲਾ ਸੀ ਅਤੇ ਲੋਮੜ ਉਹਨੂੰ ਖਾਣ ਵਾਲਾ ਸੀ, ਪਰ ਇਹ ਨਹੀਂ ਹੋ ਸਕਿਆ। ਜਦ ਜਿੰਜਰਬ੍ਰੈਡ ਆਦਮੀ ਹਵਾ ਵਿੱਚ ਸੀ ਤਾਂ ਉੱਪਰੋਂ ਦੀ ਕਾਂ ਉੱਡ ਰਿਹਾ ਸੀ। ਉਹਨੇ ਜਿੰਜਰਬ੍ਰੈਡ ਆਦਮੀ ਨੂੰ ਆਪਣੀ ਚੁੰਝ ਵਿੱਚ ਫੜ ਲਿਆ। ਜਿੰਜਰਬ੍ਰੈਡ ਆਦਮੀ ਨੇ ਕਾਂ ਨੂੰ ਥੋੜਾ ਹੋਰ ਅੱਗੇ ਤੱਕ ਉੱਡਣ ਦਿੱਤਾ, ਫਿਰ ਪੁੱਛਿਆ, ਕਾਂ ਅਦਰਕ ਦਾ ਬਿਸਕੁਟ ਖਾਂਦੇ ਨੇ? ਕਾਂ ਕਾਂ ਜਿਵੇਂ ਹੀ ਕਾਂ ਨੇ ਬੋਲਣ ਦੇ ਲਈ ਆਪਣੀ ਚੁੰਝ ਖੋਲੀ, ਜਿੰਜਰਬ੍ਰੈਡ ਆਦਮੀ ਥੱਲੇ ਡਿੱਗ ਪਿਆ ਅਤੇ ਉਹਦੇ ਤੋਂ ਜਿੰਨਾ ਹੋ ਸਕਿਆ ਤੇਜ਼ ਭੱਜਣ ਲੱਗਾ। ਯਾ, ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਲੈ। ਬੁੜੀ ਜਨਾਨੀ, ਗਾਂ, ਸੂਅਰ, ਮੁਰਗਾ ਤੇ ਲੋਮੜੀ ਨੇ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਫੜ ਸਕੇ ਕਿਉਂਕਿ ਮੈਂ ਹਾਂ ਜਿੰਜਰਬ੍ਰੈਡ ਆਦਮੀ। ਜਿੰਜਰਬ੍ਰੈਡ ਆਦਮੀ ਭੱਜਦਾ ਰਿਹਾ ਅਤੇ ਕਦੀ ਰੁਕਿਆ ਨਹੀਂ। ਜੇ ਜਿੰਜਰਬ੍ਰੈਡ ਆਦਮੀ ਭੱਜਦੇ ਹੋਏ ਤੁਹਾਡੇ ਤੋਂ ਅੱਗੇ ਨਿਕਲ ਜਾਵੇ ਤਾਂ ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਜਿੰਜਰਬ੍ਰੈਡ ਆਦਮੀ ਹੈ ਅਤੇ ਕੋਈ ਵੀ ਉਹਨੂੰ ਫੜਨ ਦੀ ਹਿੰਮਤ ਨਹੀਂ ਕਰ ਸਕਦਾ। ਬਹੁਤ ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ ਸਵੇਰੇ। ਹੁਣ ਤਾਕਤ ਤਾਂ ਨਹੀਂ ਮੇਰੇ 'ਚ, ਪਰ ਮੇਰੀ ਸੁਰੀਲੀ ਆਵਾਜ਼ ਤਾਂ ਹੈ। ਕਿਉਂ ਨਾ ਮੈਂ ਬਰਮਨ ਜਾ ਕੇ ਉੱਥੇ ਗਾਣੇ ਗਾ ਕੇ ਪੈਸੇ ਕਮਾਵਾਂ। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। ਇਹਦਾ ਰਾਸਤੇ 'ਚ ਕਿਉਂ ਸੋ ਰਿਹਾ ਹੈ ਭਾਈ? ਮੈਂ ਇੱਕ ਹੋਨ ਡੌਗ ਹਾਂ। ਉਮਰ ਬੜੀ ਤੇ ਸਪੀਡ ਘੱਟ ਹੋ ਗਈ। ਹੁਣ ਮੈਂ ਆਪਣੇ ਮਾਲਿਕ ਨਾਲ ਸ਼ਿਕਾਰ ਤੇ ਨਹੀਂ ਜਾਂਦਾ। ਫਿਰ ਕਿਉਂ ਨਾ ਤੂੰ ਮੇਰੇ ਨਾਲ ਚੱਲ। ਮੈਂ ਬਰਮਨ ਜਾ ਰਿਹਾ ਸਿੰਗਰ ਬਣਨ। ਮੇਰਾ ਬੈਂਡ ਜੁਆਇਨ ਕਰ ਲੈ ਤੂੰ। ਮੈਂ ਮੈਂਡੋਲਿਨ ਬਜਾਵਾਂਗਾ ਤੇ ਤੂੰ ਡਰਮ ਬਜਾਈ।
ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੌਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। ਕੀ ਗੱਲ ਹੈ ਬਿੱਲੀ ਰਾਣੀ, ਦੁਖੀ ਆਤਮਾ ਲੱਗ ਰਹੀ ਹੈ, ਕੀ ਹੋਇਆ? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ਼ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰ ਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। ਫਿਰ ਤਾਂ ਤੈਨੂੰ ਆਉਣਾ ਚਾਹੀਦਾ ਸਾਡੇ ਨਾਲ। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? ਪਰਮਨ, ਉੱਥੇ ਸਾਡਾ ਇੱਕ ਬੈਂਡ ਹੋਵੇਗਾ, ਅਸੀਂ 뮤직 ਵਾਲੇ ਹਾਂ। ਬਿੱਲੀ ਜਨਰਲੀ ਚੰਗੇ ਮਿਊਜ਼ੀਸ਼ੀਅਨਸ ਹੁੰਦੇ ਨੇ, ਤੂੰ ਹਾਰਮੋਨੀਕਾ ਵਜਾ ਬੈਂਡ 'ਚ। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਇੱਕ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। ਕੁੱਕੜ ਜੀ, ਦੁਪਹਿਰ ਹੋ ਗਈ ਹੈ, ਅੱਜ ਸਵੇਰੇ ਅਲਾਰਮ ਨਹੀਂ ਵੱਜਿਆ ਸੀ ਕਿਆ? ਕੱਲ ਸੰਡੇ ਹੈ ਤੇ ਮੇਰੇ ਮਾਲਿਕ ਨੇ ਕੁਝ ਦੋਸਤਾਂ ਨੂੰ ਖਾਣੇ ਤੇ ਬੁਲਾਇਆ ਹੈ ਤੇ ਉਹ ਮੇਰਾ ਚਿਕਨ ਤੰਦੂਰੀ ਬਣਾ ਕੇ ਖਾਣ ਵਾਲੇ ਹੈ। ਤਾਂ ਇੱਥੇ ਅਟਕੇ ਕਿਉਂ? ਭੱਜ ਕਿਉਂ ਨਹੀਂ ਜਾਂਦੇ? ਮੈਂ ਜਾਵਾਂ ਵੀ ਤੇ ਕਿੱਥੇ ਜਾਵਾਂ? ਅੱਜ ਲਾਸਟ ਡੇ ਹੈ ਮੇਰਾ ਤੇ ਸੋਚਿਆ ਜੀ ਭਰ ਕੇ ਕੁਕੜੂ ਕੂ ਕਰ ਲਾਂ। ਬਸ ਕਰ। ਹਾਂ, ਆਪਣੀ ਆਵਾਜ਼ ਏਦਾਂ ਨਾ ਖਰਚ ਕਰ, ਸਾਡੇ ਨਾਲ ਬਰਮਨ ਚੱਲ। ਅਸੀਂ ਇੱਕ ਬੈਂਡ ਬਣਾ ਰਹੇ ਹਾਂ ਤੇ ਤੇਰੀ ਸਟਰੋਂਗ ਆਵਾਜ਼ ਪਸੰਦ ਆਈ ਮੈਨੂੰ। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। ਅੱਜ ਰਾਤ ਅਸੀਂ ਆਜ਼ਾਦੀ ਨਾਲ ਸੋਵਾਂਗੇ। ਜਦੋਂ ਉਠਾਂਗੇ ਇੱਕ ਨਵਾਂ ਕੱਲ ਤਿਆਰ ਹੋਗਾ ਸਾਡੇ ਲਈ। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। ਮੈਨੂੰ ਇੱਥੇ ਰੌਸ਼ਨੀ ਨਜ਼ਰ ਆ ਰਹੀ ਹੈ, ਲੱਗਦਾ ਕੋਲ ਹੀ ਕੋਈ ਘਰ ਹੈ। ਤਾਂ ਕਿਉਂ ਨਾ ਉੱਥੇ ਚੱਲੀਏ ਆਪਾਂ? ਮੈਨੂੰ ਏਦਾਂ ਜੰਗਲ 'ਚ ਸੌਣ ਦੀ ਆਦਤ ਨਹੀਂ ਹੈ। ਹਾਂ, ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੌਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ ਦਿਖ ਰਿਹਾ ਹੈ? अरे भाइयों, गजब हो गया। ਇੱਥੇ ਇੱਕ ਬਹੁਤ ਵੱਡਾ ਡਾਈਨਿੰਗ ਟੇਬਲ ਹੈ। वाह जी वाह। ਤਾਂ ਉਸ ਟੇਬਲ पे ਖਾਣ ਪੀਣ ਦੀ ਚੀਜ਼ਾਂ ਵੀ ਹੈ। ਹਾਏ, ਮੇਰਾ ਤਾਂ ਲਾਰ ਟਪਕ ਰਹੀ ਹੈ। चलो धावा बोलते हैं। रुको, कुछ ਹੋਰ ਵੀ ਹੈ। ਹਾਂ, 4 ਬੰਦੂਕ ਵਾਲੇ ਡਕੈਤ ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। ਕਿਉਂ ਆਣਾ ਸੀ ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ, ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੌਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ।
भज्जो ओए, जान ले लेंगे। ਭੱਜੋ ਇੱਥੋਂ, ਬਚਾਓ। ਭਾਗੋ ਰੇ, ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ ਚਾਰ ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ ਵਿਚਾਰੇ। सब लाइट्स बंद करके सो गए। अद्धी रात हो चुकी सी। डकैता ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखन। लंबू अंदर गया तो बिल्कुल हनेरा सी अते उन्हें रोशनी चाहिदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ, ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ, ਗਾਉਂਦੇ ਬਜਾਉਂਦੇ ਹੋਏ।